ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਬੀਰ ਮਨ ਪੰਖੀ ਪਇਓ, ਉੱਡ ਉੱਡਦਾ ਦਿਸ ਜਾਏ। ਹੇ ਕਬੀਰ, ਇਹ ਜਾਣਦਿਆਂ ਵੀ ਕਿ ਪ੍ਰਭੂ ਦੀ ਸਿਫਤ ਸਲਾਹ ਵਿਕਾਰਾਂ ਨੂੰ ਸਾੜ ਕੇ ਪ੍ਰਭੂ ਚਰਨਾਂ ਵਿੱਚ ਜੋੜਦੀ ਹੈ, ਮਨੁੱਖ ਦਾ ਮਨ ਪੰਛੀ ਬਣ ਜਾਂਦਾ ਹੈ। ਇੱਕ ਪ੍ਰਭੂ ਦਾ ਆਸਰਾ ਛੱਡ ਕੇ ਭਟਕ ਕੇ ਮਾਇਕ ਪਦਾਰਥਾਂ ਦੇ ਪਿੱਛੇ ਦਸੀਂ ਪਾਸੀਂ ਦੌੜਦਾ ਹੈ। ਜੋ ਜੈਸੀ ਸੰਗਤ ਮਿਲੈ, ਸੋ ਤੈਸੋ ਫਲ ਖਾਈ। ਤੇ ਇਹ ਕੁਦਰਤ ਦਾ ਨਿਯਮ ਹੈ ਕਿ ਜੋ ਮਨੁੱਖ ਜਿਹੋ ਜਿਹੀ ਸੰਗਤ ਵਿੱਚ ਬੈਠਦਾ ਹੈ, ਉਹ ਜਿਹਾ ਉਸ ਨੂੰ ਫਲ ਮਿਲਦਾ ਹੈ। ਕਬੀਰ ਜਾਂ ਕੋ ਖੋਜਤੇ, ਪਾਇਓ ਸੋਈ ਠੌਰ। ਹੇ ਕਬੀਰ, ਪ੍ਰਭੂ ਦੀ ਸਿਫਤ ਸਲਾਹ ਕੀਤਿਆਂ, ਪ੍ਰਭੂ ਦੇ ਗੁਣ ਗਾਵਿਆਂ, ਗੁਣਾਂ ਦਾ ਅੰਤ ਤਾਂ ਨਹੀਂ ਪੈ ਸਕਦਾ, ਪਰ ਸਿਫਤ ਸਲਾਹ ਦੀ ਸਹਾਇਤਾ ਨਾਲ ਮੈਂ ਪ੍ਰਭੂ ਦੇ ਚਰਨ ਰੂਪ ਜਿਹੜੀ ਥਾਂ ਭਾਲ ਰਿਹਾ ਸਾਂ, ਉਹ ਥਾਂ ਮੈਨੂੰ ਲੱਭ ਪਈ ਹੈ। ਸੋਈ ਫਿਰ ਕੈ ਤੂੰ ਪਿਆ, ਜਾਂ ਕੋ ਕਹਿਤਾ ਔਰ। ਹੇ ਕਬੀਰ, ਜਿਸ ਪ੍ਰਭੂ ਨੂੰ ਤੂੰ ਪਹਿਲਾਂ ਕੋਈ ਹੋਰ ਆਖਦਾ ਸੈਂ, ਜਿਸ ਨੂੰ ਤੂੰ ਪਹਿਲਾਂ ਆਪਣੇ ਨਾਲੋਂ ਵੱਖਰਾ ਸਮਝਦਾ ਸੈਂ, ਤੂੰ ਸਿਫਤ ਸਲਾਹ ਦੀ ਬਰਕਤ ਨਾਲ ਬਦਲ ਕੇ ਉਸੇ ਦਾ ਹੀ ਰੂਪ ਬਣ ਗਿਆ ਹੈ, ਉਸੇ ਵਿੱਚ ਲੀਨ ਹੋ ਗਿਆ ਹੈ, ਉਸੇ ਨਾਲ ਇੱਕ ਮਿਕ ਹੋ ਗਿਆ ਹੈ। ਕਬੀਰ ਮਾਰੀ ਮਰੋ ਕੋ ਸੰਗ ਕੀ, ਕੇਲੇ ਨਿਕਟ ਜੋ ਬੇਰ। ਹੇ ਕਬੀਰ, ਜੇ ਤੂੰ ਪ੍ਰਮਾਤਮਾ ਦੀ ਸਿਫਤ ਸਲਾਹ ਛੱਡ ਦਿੱਤੀ ਤਾਂ ਸੁੱਤੇ ਹੀ ਉਹਨਾਂ ਦਾ ਸਾਥ ਕਰੇਗਾ ਜੋ ਪ੍ਰਭੂ ਨਾਲ ਟੁੱਟੇ ਹੋਏ ਹਨ। ਪਰ ਵੇਖ, ਰੱਬ ਨਾਲੋਂ ਟੁੱਟੇ ਬੰਦਿਆਂ ਦਾ ਸਾਥ ਕਦੇ ਵੀ ਨਾ ਕਰੀ। ਕੇਲੇ ਦੇ ਨੇੜੇ ਬੇਰੀ ਉੱਗੀ ਹੋਈ ਹੋਵੇ। ਓ ਝੂਲੈ ਓ ਚੀਰੀਐ, ਸਾਕਤ ਸੰਗ ਨਾ ਹੀਰ। ਬੇਰੀ ਹਵਾ ਨਾਲ ਹੁਲਾਰੇ ਲੈਂਦੀ ਹੈ, ਕੇਲਾ ਉਸ ਦੇ ਕੰਡਿਆਂ ਨਾਲ ਚੀਰੀਦਾ ਹੈ। ਤਿਵੇਂ ਹੇ ਕਬੀਰ, ਭੈੜੀ ਸੁਹੱਬਤ ਵਿੱਚ ਬੈਠਿਆਂ ਵਿਕਾਰਾਂ ਦੇ ਅਸਰ ਹੇਠ ਤੇਰੀ ਜਿੰਦ ਆਤਮਕ ਮੌਤੇ ਮਰ ਜਾਏਗੀ। ਕਬੀਰ ਭਾਰ ਪਰਾਈ ਸਿਰ ਚਲੈ, ਚਲਿਓ ਚਾਹੈ ਬਾਟ। ਹੇ ਕਬੀਰ, ਕੁਸੰਗ ਦੇ ਕਾਰਨ ਇਸ ਦੇ ਸਿਰ ਉੱਤੇ ਪਰਾਈ ਨਿੰਦਿਆ ਦਾ ਭਾਰ ਚੜ੍ਹਦਾ ਰਹਿੰਦਾ ਹੈ। ਭਾਰ ਵੀ ਚੜ੍ਹੀ ਜਾਂਦਾ ਹੈ, ਫਿਰ ਵੀ ਮਨੁੱਖ ਇਸ ਨਿੰਦਿਆ ਦੇ ਰਾਹੀਂ ਹੀ ਤੁਰਨਾ ਪਸੰਦ ਕਰਦਾ ਹੈ। ਆਪਣੇ ਭਾਰੈ ਨਾ ਡਰੈ, ਆਗੈ ਔਕਟ ਕਾਟ। ਮਨੁੱਖ ਦੇ ਸਾਹਮਣੇ ਇੱਕ ਡਾਢਾ ਔਖਾ ਰਸਤਾ ਹੈ। ਆਪਣੇ ਕੀਤੇ ਹੋਰ ਮੰਦ ਕਰਮਾਂ ਦੇ ਭਾਰ ਦਾ ਤਾਂ ਇਸ ਨੂੰ ਚੇਤਾ ਹੀ ਨਹੀਂ ਆਉਂਦਾ। ਕਬੀਰ ਬਨ ਕੀ ਦਾਦੀ ਲਾਕਰੀ, ਠਾਡੀ ਕਰੈ ਪੁਕਾਰ। ਹੇ ਕਬੀਰ, ਜੇ ਤੂੰ ਧਿਆਨ ਨਾਲ ਸੁਣ ਕੇ ਸਮਝੇ ਤਾਂ ਜੰਗਲ ਦੀ ਕੋਲਾ ਬਣੀ ਹੋਈ ਲੱਕੜੀ ਵੀ ਸਾਫ਼ ਤੌਰ ਤੇ ਪੁਕਾਰ ਕਰਦੀ ਸੁਣੀਦੀ ਹੈ। ਮਤ ਬਸ ਪਰੋ ਲੋਹਾਰ ਕੇ, ਜਾਰੈ ਦੂਜੀ ਬਾਰ। ਕਿ ਮੈਂ ਕਿਤੇ ਲੋਹਾਰ ਦੇ ਵਸ ਨਾ ਪੈ ਜਾਵਾਂ, ਉਹ ਤਾਂ ਮੈਨੂੰ ਦੂਜੀ ਵਾਰੀ ਸਾੜੇਗਾ। ਕਬੀਰ ਏਕ ਮਰਨ ਤੇ ਦੋਏ ਮੂਏ, ਦੋਏ ਮਰਨ ਤੈ ਚਾਰ। ਹੇ ਕਬੀਰ, ਪ੍ਰਭੂ ਦੇ ਗੁਣ ਗਾਵਿਆਂ ਗੁਣਾਂ ਦਾ ਅੰਤ ਤਾਂ ਨਹੀਂ ਪੈ ਸਕਦਾ, ਪਰ ਇਸ ਸਿਫਤ ਸਲਾਹ ਦੀ ਬਰਕਤ ਨਾਲ ਮਨ ਮਰ ਜਾਂਦਾ ਹੈ, ਮਨ ਵਿਕਾਰਾਂ ਵੱਲੋਂ ਹਟ ਜਾਂਦਾ ਹੈ। ਇਸ ਇੱਕ ਮਨ ਦੇ ਮਰਨ ਨਾਲ ਇੱਕ ਹੋਰ ਵੀ ਮਰਿਆ, ਜਾਤ ਅਭਿਮਾਨ ਤੇ ਕੁੱਲ ਦੋ ਮਰ ਗਏ, ਮਨ ਅਤੇ ਜਾਤ ਅਭਿਮਾਨ। ਫਿਰ ਦੋ ਹੋਰ ਮਰੇ, ਦੇਹ ਅਧਿਆਸ ਅਤੇ ਤ੍ਰਿਸ਼ਨਾ, ਕੁੱਲ ਚਾਰ ਹੋ ਗਏ। ਚਾਰ ਮਰਨ ਤੇ ਸ਼ੈ ਮੂਏ, ਚਾਰ ਪੁਰਖ ਦੋਏ ਨਾਰ।
ਦੋ ਹੋਰ ਮਰੇ ਕੁਸੰਗ ਅਤੇ ਨਿੰਦਾ, ਤੇ ਸਾਰੇ 6 ਹੋ ਗਏ। 4 ਪੁਲਿੰਗ ਅਤੇ 2 ਇਸਤਰੀ ਲਿੰਗ ਨਾਰ। ਕਬੀਰ ਦੇਖ ਦੇਖ ਜਗ ਢੂੰਡਿਆ, ਕਹੂੰ ਨਾ ਪਾਇਆ ਠੌਰ। ਹੇ ਕਬੀਰ, ਮੈਂ ਬੜੀ ਮਿਹਨਤ ਨਾਲ ਸਾਰਾ ਜਗਤ ਢੂੰਡ ਵੇਖਿਆ ਹੈ, ਕਿਤੇ ਵੀ ਅਜਿਹਾ ਥਾਂ ਨਹੀਂ ਲੱਭਾ ਜਿੱਥੇ ਮਨ ਭਟਕਣੋਂ ਹਟ ਜਾਏ। ਜਿਨ ਹਰ ਕਾ ਨਾਮ ਨਾ ਚੇਤਿਓ, ਕਹਾਂ ਭੁਲਾਨੇ ਔਰ। ਜਿਸ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਸ ਨੂੰ ਕਿਤੇ ਵੀ ਮਨ ਦੀ ਸ਼ਾਂਤੀ ਦਾ ਥਾਂ ਨਹੀਂ ਲੱਭ ਸਕਿਆ। ਪ੍ਰਭੂ ਦਾ ਨਾਮ ਹੀ ਜੋ ਸਤਸੰਗ ਵਿੱਚ ਮਿਲਦਾ ਹੈ, ਭਟਕਣ ਤੋਂ ਬਚਾਉਂਦਾ ਹੈ। ਸਿਫਤ ਸਲਾਹ ਛੱਡ ਕੇ ਕਿਉਂ ਹੋਰ ਥਾਂ ਭਟਕਦੇ ਫਿਰਦੇ ਹੋ। ਕਬੀਰ ਸੰਗਤ ਕਰੀਐ ਸਾਧਕੀ, ਅੰਤ ਕਰੈ ਨਿਰਵਾਹ। ਹੇ ਕਬੀਰ, ਮਨ ਦੀ ਸ਼ਾਂਤੀ ਲਈ ਇੱਕੋ ਹੀ ਠੌਰ ਹੈ, ਉਹ ਹੈ ਸਾਧ ਸੰਗਤ। ਸੋ ਸਾਧ ਸੰਗਤ ਵਿੱਚ ਜੁੜਨਾ ਚਾਹੀਦਾ ਹੈ। ਸਾਧ ਸੰਗਤ ਵਾਲਾ ਸਾਥ ਤੋੜ ਨਿਭਦਾ ਹੈ। ਸਾਖਤ ਸੰਗ ਨਾ ਕੀਜੀਐ, ਜਾਂ ਤੇ ਹੋਏ ਬਿਨਾਹ। ਰੱਬ ਨਾਲੋਂ ਟੁੱਟੇ ਬੰਦਿਆਂ ਦੀ ਸੁਹਬਤ ਨਹੀਂ ਕਰਨੀ ਚਾਹੀਦੀ, ਇਸ ਤੋਂ ਆਤਮਕ ਮੌਤ ਹੋਣ ਦਾ ਡਰ ਹੈ। ਕਬੀਰ ਜਗ ਮੈਂ ਚੇਤਿਓ, ਕਬੀਰ ਜਗ ਮੈਂ ਚੇਤਿਓ, ਜਾਨ ਕੈ ਜਗ ਮੈਂ ਰਹਿਓ ਸਮਾਏ। ਹੇ ਕਬੀਰ, ਮਨ ਵਾਸਤੇ ਸ਼ਾਂਤੀ ਦੀ ਠੌਰ ਪ੍ਰਭੂ ਦਾ ਨਾਮ ਹੀ ਹੈ। ਸੋ ਜਿਨ੍ਹਾਂ ਨੇ ਜਗਤ ਵਿੱਚ ਜਨਮ ਲੈ ਕੇ ਉਸ ਪ੍ਰਭੂ ਨੂੰ ਇਉਂ ਪਛਾਣ ਕੇ ਕਿ ਉਹ ਸਾਰੇ ਜਗਤ ਵਿੱਚ ਵਿਆਪਕ ਹੈ, ਸਿਮਰਿਆ ਹੈ, ਉਹਨਾਂ ਨੂੰ ਹੀ ਜਗਤ ਵਿੱਚ ਜੰਮੇ ਸਮਝੋ। ਉਹਨਾਂ ਦਾ ਹੀ ਜੰਮਣਾ ਸਫਲ ਹੈ। ਉਹੀ ਹਨ ਸਾਧ, ਤੇ ਉਹਨਾਂ ਦੀ ਸੰਗਤ ਹੀ ਸਾਧ ਸੰਗਤ ਹੈ। ਜਿਨ ਹਰ ਕਾ ਨਾਮ ਨਾ ਚੇਤਿਓ, ਬਾਧੈ ਜਨਮੇ ਆਏ। ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਿਆ, ਉਹ ਵਿਅਰਥ ਹੀ ਜੰਮੇ। ਕਬੀਰ ਆਸਾ ਕਰੀਐ ਰਾਮ ਕੀ, ਅਵਰੈ ਆਸ ਨਿਰਾਸ। ਹੇ ਕਬੀਰ, ਜੇ ਮਨ ਵਾਸਤੇ ਸ਼ਾਂਤੀ ਦੀ ਠੌਰ ਚਾਹੀਦੀ ਹੈ ਤਾਂ ਸਾਧ ਸੰਗਤ ਵਿੱਚ ਜੁੜ ਕੇ ਇੱਕ ਪ੍ਰਮਾਤਮਾ ਉੱਤੇ ਡੋਰੀ ਰੱਖਣੀ ਚਾਹੀਦੀ ਹੈ। ਹੋਰ ਆਸਾਂ ਛੱਡ ਦੇਣੀਆਂ ਚਾਹੀਦੀਆਂ ਹਨ। ਨਾਨਕ ਭਰੈ ਤੇ ਮਾਨਈ, ਜੋ ਹਰ ਨਾਮ ਉਦਾਸ। ਜੋ ਮਨੁੱਖ ਪ੍ਰਮਾਤਮਾ ਦੀ ਯਾਦ ਵੱਲੋਂ ਮੂੰਹ ਮੋੜ ਲੈਂਦੇ ਹਨ, ਉਹ ਨਰਕ ਵਿੱਚ ਪਏ ਰਹਿੰਦੇ ਹਨ, ਸਦਾ ਦੁਖੀ ਰਹਿੰਦੇ ਹਨ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕਿਓ ਨਾ ਮੀਤ। ਹੇ ਕਬੀਰ, ਜਿਨ੍ਹਾਂ ਨੇ ਪ੍ਰਮਾਤਮਾ ਨੂੰ ਮਿੱਤਰ ਨਾ ਬਣਾਇਆ, ਪ੍ਰਮਾਤਮਾ ਨਾਲ ਸਾਂਝ ਨਾ ਬਣਾਈ, ਤੇ ਕਈ ਚੇਲੇ ਚਾਟੜੇ ਬਣਾ ਲਏ। ਚਾਲੇ ਥੇ ਹਰ ਮਿਲਣ ਕੋ, ਵਿਚੈ ਅਟਕਿਓ ਚੀਤ। ਉਹਨਾਂ ਨੇ ਪਹਿਲਾਂ ਤਾਂ ਭਾਵੇਂ ਪ੍ਰਮਾਤਮਾ ਨੂੰ ਮਿਲਣ ਲਈ ਉਦਮ ਕੀਤਾ ਸੀ, ਪਰ ਉਹਨਾਂ ਦਾ ਮਨ ਰਾਹ ਵਿੱਚ ਹੀ ਅਟਕ ਗਿਆ। ਚੇਲਿਆਂ ਚਾਟੜਿਆਂ ਤੋਂ ਸੇਵਾ ਪੂਜਾ ਕਰਾਉਣ ਵਿੱਚ ਹੀ ਰੁੱਝ ਗਏ। ਪ੍ਰਭੂ ਦਾ ਸਿਮਰਨ ਭੁਲਾ ਬੈਠੇ ਤੇ ਮਨ ਦੀ ਸ਼ਾਂਤੀ ਦੀ ਠੌਰ ਨਸੀਬ ਨਾ ਹੋਈ। ਕਬੀਰ ਕਾਰਨ ਬਪੁਰਾ ਕਿਆ ਕਰੈ, ਜੋ ਰਾਮ ਨਾ ਕਰੈ ਸਹਾਏ। ਹੇ ਕਬੀਰ, ਇਹ ਤਾਂ ਠੀਕ ਹੈ ਕਿ ਮਨ ਦੀ ਸ਼ਾਂਤੀ ਦਾ ਠੌਰ ਸਾਧ ਸੰਗਤ ਹੀ ਹੈ। ਪ੍ਰਭੂ ਦੇ ਚਰਨਾਂ ਵਿੱਚ ਟਿਕੇ ਰਹਿਣ ਲਈ ਸੰਗਤ ਕਰੀਏ ਸਾਧਕੀ। ਸਾਧ ਸੰਗਤ ਹੀ ਇੱਕੋ ਇੱਕ ਵਸੀਲਾ ਹੈ, ਪਰ ਜੇ ਪ੍ਰਮਾਤਮਾ ਆਪ ਸਹਾਇਤਾ ਨਾ ਕਰੇ, ਜੇ ਸਾਧ ਦੇ ਅੰਦਰ ਪ੍ਰਮਾਤਮਾ ਆਪ ਨਾ ਵਸੇ, ਜੇ ਸਾਧ ਖੁਦ ਪ੍ਰਭੂ ਚਰਨਾਂ ਵਿੱਚ ਨਾ ਜੁੜਿਆ ਹੋਵੇ, ਤਾਂ ਇਹ ਵਸੀਲਾ ਕਮਜ਼ੋਰ ਹੋ ਜਾਣ ਦੇ ਕਾਰਨ ਕੋਈ ਲਾਭ ਨਹੀਂ ਪਹੁੰਚਾਉਂਦਾ। ਜੇ ਜੇ ਡਾਲੀ ਪਗ ਤਰੋ, ਸੋਈ ਮੁਰ ਮੁਰ ਜਾਏ। ਇਨਸਾਨੀ ਉੱਚ ਜੀਵਨ ਰੂਪ ਰੁੱਖ ਦੀ ਚੋਟੀ 'ਤੇ ਅਪੜਾਉਣ ਲਈ ਸਾਧ ਮਾਨੂੰ ਡਾਲੀਆਂ ਹਨ, ਪਰ
ਭੇਖੀ ਤੇ ਚੇਲੇ ਚਾਟੜੇ ਹੀ ਬਣਾਉਣ ਵਾਲੇ ਸਾਧ ਕਮਜ਼ੋਰ ਟਹਿਣੀਆਂ ਹਨ। ਮੈਂ ਤਾਂ ਅਜਿਹੀ ਜਿਸ ਜਿਸ ਡਾਲੀ ਉੱਤੇ ਪੈਰ ਧਰਦਾ ਹਾਂ ਉਹ ਸਵਾਰਥ ਵਿੱਚ ਕਮਜ਼ੋਰ ਹੋਣ ਕਰਕੇ ਟੁੱਟਦੀ ਜਾ ਰਹੀ ਹੈ। ਕਬੀਰ ਅਵਰੈ ਕੋ ਉਪਦੇਸ ਤੇ ਮੁਖ ਮੈਂ ਪਰ ਹੈ ਰੇਤ। ਹੇ ਕਬੀਰ, ਜੋ ਸਾਧ ਨਿਰਾ ਹੋਰਨਾਂ ਨੂੰ ਮੱਤਾ ਦਿੰਦੇ ਹਨ ਪਰ ਉਹਨਾਂ ਦੇ ਆਪਣੇ ਅੰਦਰ ਕੋਈ ਰਸ ਨਹੀਂ ਆਉਂਦਾ। ਰਾਸ ਬਿਰਾਨੀ ਰਾਖ ਤੇ ਖਾਇਆ ਕਰ ਕਾ ਖੇਤ। ਅਜਿਹੇ ਸਾਧ ਹੋਰਨਾਂ ਦੀ ਰਾਸ ਪੂੰਜੀ ਦੀ ਤਾਂ ਰਾਖੀ ਕਰਨ ਦਾ ਯਤਨ ਕਰਦੇ ਹਨ ਪਰ ਆਪਣੇ ਪਿਛਲੇ ਸਾਰੇ ਗੁਣ ਮੁਕਾ ਲੈਂਦੇ ਹਨ। ਅਜਿਹੇ ਸਾਧ ਵੀ ਕਮਜ਼ੋਰ ਡਾਲੀਆਂ ਹਨ। ਮਨੁੱਖਤਾ ਦੀ ਚੋਟੀ ਉੱਤੇ ਇਹ ਵੀ ਅਪੜਾ ਨਹੀਂ ਸਕਦੇ। ਕਬੀਰ ਸਾਧੂ ਕੀ ਸੰਗਤ ਰਹੋ ਜੋ ਕੀ ਭੂਸੀ ਖਾਓ। ਹੇ ਕਬੀਰ, ਆਖ ਮੇਰੀ ਤਾਂ ਇਹ ਤਾਂਘ ਹੈ ਕਿ ਮੈਂ ਗੁਰਮੁਖਾਂ ਦੀ ਸੰਗਤ ਵਿੱਚ ਟਿਕਿਆ ਰਹਾਂ, ਚਾਹੇ ਮੇਰੀ ਕਿਰਤ ਕਮਾਈ ਬਹੁਤ ਹੀ ਘਟ ਜਾਏ ਤੇ ਜੇ ਮੈਂ ਜੌਂ ਦੇ ਛਿੱਲੜ ਖਾ ਕੇ ਗੁਜ਼ਾਰਾ ਕਰਾਂ। ਹੋਣਹਾਰ ਸੋ ਹੋਏ ਹੈ ਸਾਖਤ ਸੰਗ ਨਾ ਜਾਓ। ਸਾਧ ਸੰਗਤ ਵਿੱਚ ਸਮਾਂ ਦੇਣ ਕਰਕੇ ਗਰੀਬੀ ਆਦਿਕ ਜਿਹੜਾ ਕਸ਼ਟ ਵੀ ਆਵੇ ਪਿਆਵੇ ਪਰ ਮੈਂ ਰੱਬ ਤੋਂ ਟੁੱਟੇ ਹੋਏ ਬੰਦਿਆਂ ਦੀ ਸੁਹੱਬਤ ਵਿੱਚ ਨਾ ਜਾਵਾਂ। ਕਬੀਰ ਸੰਗਤ ਸਾਧਕੀ ਦਿਨ ਦਿਨ ਦੂਨਾ ਹੀਤ। ਹੇ ਕਬੀਰ, ਗੁਰਮੁਖਾਂ ਦੀ ਸੰਗਤ ਵਿੱਚ ਰਿਹਾ ਦਿਨੋਂ ਦਿਨ ਪ੍ਰਮਾਤਮਾ ਨਾਲ ਪਿਆਰ ਵੱਧਦਾ ਹੀ ਵੱਧਦਾ ਹੈ। ਸਾਖਤ ਕਾਰੀ ਕਾਂਬਰੀ ਤੋਏ ਹੋਏ ਨਾ ਸੇਤ। ਪਰ ਰੱਬ ਨਾਲੋਂ ਟੁੱਟੇ ਹੋਇਆ ਮਨੁੱਖ ਮਾਨੋ ਕਾਲੀ ਕੰਬਲੀ ਹੈ ਜੋ ਧੋਤਿਆਂ ਵੀ ਕਦੇ ਚਿੱਟੀ ਨਹੀਂ ਹੁੰਦੀ। ਉਸ ਦੀ ਸੁਹੱਬਤ ਵਿੱਚ ਟਿਕਿਆ ਮਨ ਦੀ ਪਵਿੱਤਰਤਾ ਨਹੀਂ ਮਿਲ ਸਕਦੀ। ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ। ਹੇ ਕਬੀਰ, ਇਹ ਜੋ ਸਿਰ ਮੁੰਡਾ ਕੇ ਆਪਣੇ ਆਪ ਨੂੰ ਸਾਧ ਸਮਝਦਾ ਫਿਰਦਾ ਹੈ ਇਸ ਨੇ ਆਪਣਾ ਮਨ ਨਹੀਂ ਮੁੰਨਿਆ, ਮਨ ਉੱਤੋਂ ਵਿਕਾਰਾਂ ਦੀ ਮੈਲ ਨਹੀਂ ਦੂਰ ਕੀਤੀ। ਸਿਰ ਦੇ ਕੇਸ ਮੁਨਾਇਆ ਤਾਂ ਇਹ ਸਾਧੂ ਨਹੀਂ ਬਣ ਗਿਆ। ਜੋ ਕਿਸ ਕੀਆ ਸੋ ਮਨ ਕੀਆ ਮੁੰਡਾ ਮੂੰਡ ਅਜਾਈ। ਜਿਸ ਵੀ ਮੰਦੇ ਕਰਮ ਦੀ ਪ੍ਰੇਰਣਾ ਕਰਦਾ ਹੈ ਮਨ ਹੀ ਕਰਦਾ ਹੈ। ਜੇ ਸਾਧੂ ਬਣਨ ਦੀ ਖਾਤਰ ਸਿਰ ਮਨਾਇਆ ਹੈ ਤਾਂ ਸਿਰ ਮਨਾਉਣਾ ਵਿਅਰਥ ਹੈ। ਕਬੀਰ ਰਾਮ ਨਾ ਛੋਡੀਐ ਤਨ ਤਨ ਜਾਏ ਤਾਂ ਜਾਓ। ਹੇ ਕਬੀਰ, ਪ੍ਰਮਾਤਮਾ ਦਾ ਨਾਮ ਕਦੇ ਨਾ ਭੁਲਾਈਏ। ਜੇ ਨਾਮ ਸਿਮਰਦਿਆਂ ਸਾਡਾ ਸਰੀਰ ਤੇ ਧਨ ਨਾਸ਼ ਹੋਣ ਲੱਗੇ ਤਾਂ ਬੇਸ਼ੱਕ ਨਾਸ਼ ਹੋ ਜਾਏ। ਚਰਨ ਕਮਲ ਚਿਤ ਬੇਦਿਆ ਰਾਮੈ ਨਾਮ ਸਮਾਓ। ਪਰ ਸਾਡਾ ਚਿੱਤ ਪ੍ਰਭੂ ਦੇ ਸੋਹਣੇ ਚਰਨਾਂ ਵਿੱਚ ਜ਼ਰੂਰ ਵਿਝਿਆ ਰਹੇ, ਪ੍ਰਮਾਤਮਾ ਦੇ ਨਾਮ ਵਿੱਚ ਜ਼ਰੂਰ ਸਮਾਇਆ ਰਹੇ। ਕਬੀਰ ਜੋ ਹਮ ਜੰਤ ਬਜਾਵਤੇ ਟੂਟ ਗਈ ਸਭ ਤਾਰ। ਤਨ ਤਨ ਜਾਣ ਤੇ ਵੀ ਜੇ ਮੇਰਾ ਮਨ ਰਾਮੈ ਨਾਮ ਸਮਾਇਆ ਰਹੇ ਤਾਂ ਇਹ ਸੌਦਾ ਬੜਾ ਸਸਤਾ ਹੈ। ਕਿਉਂਕਿ ਹੇ ਕਬੀਰ, ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਸਰੀਰਕ ਮੋਹ ਦਾ ਜਿਹੜਾ ਵਾਜਾ ਮੈਂ ਸਦਾ ਵਜਾਉਂਦਾ ਰਹਿੰਦਾ ਸਾਂ, ਹੁਣ ਨਾਮ ਸਿਮਰਨ ਦੀ ਬਰਕਤ ਨਾਲ ਉਸ ਦੀਆਂ ਮੋਹ ਦੀਆਂ ਸਾਰੀਆਂ ਤਾਰਾਂ ਟੁੱਟ ਗਈਆਂ ਹਨ। ਜੰਤ ਵਿਚਾਰਾ ਕਿਆ ਕਰੈ ਚਲੇ ਬਜਾਵਣ ਹਾਰ। ਦੇ ਅਧਿਆਸ ਦਾ ਇਹ ਵਿਚਾਰਾ ਵਾਜਾ ਹੁਣ ਕੀ ਕਰ ਸਕਦਾ ਹੈ। ਭਾਵ ਨਾਮ ਦੀ ਬਰਕਤ ਨਾਲ ਸਰੀਰਕ ਮੋਹ ਮਾਤ ਪੈ ਗਿਆ ਹੈ। ਸਰੀਰਕ ਮੋਹ ਤਾਂ ਕਿਤੇ ਰਿਹਾ, ਹੁਣ ਮਨ ਹੀ ਨਹੀਂ ਰਿਹਾ ਜੋ ਸਰੀਰਕ ਮੋਹ ਦਾ ਵਾਜਾ ਵਜਾ ਰਿਹਾ ਸੀ। ਕਬੀਰ ਮਾਏ ਮੁੰਡੋ ਤੈ ਗੁਰੂ ਕੀ ਜਾਤੇ ਪਰਮ ਨਾ ਜਾਏ।
ਇਹ ਪੰਡਿਤ ਮੈਨੂੰ ਪ੍ਰਮਾਤਮਾ ਦੇ ਨਾਮ ਵਿੱਚ ਜੁੜਨ ਤੋਂ ਹੋੜਦਾ ਹੈ ਤੇ ਆਪਣੇ ਵੇਦ ਆਦਿਕ ਕਰਮ ਪੁਸਤਕਾਂ ਦੇ ਕਰਮ ਕਾਂਡ ਦਾ ਢੋਲ ਵਜਾ ਕੇ ਮੇਰਾ ਗੁਰੂ ਪ੍ਰੋਹਤ ਬਣਨਾ ਚਾਹੁੰਦਾ ਹੈ। ਪਰ ਹੇ ਕਬੀਰ, ਮੈਂ ਅਜਿਹੇ ਗੁਰੂ ਦੀ ਮਾਂ ਦਾ ਸਿਰ ਮੁੰਨਦਿਆਂ ਇਸ ਦੇ ਰਾਹ ਤੇ ਤੁਰਿਆਂ ਸਰੀਰਕ ਮੋਹ ਦੀ ਭਟਕਣਾ ਦੂਰ ਨਹੀਂ ਹੋ ਸਕਦੀ। ਆਪ ਡੁੱਬੇ ਚੌਭੇਦ ਮੈਂ ਚੇਲੇ ਦੀਏ ਬਹਾਏ। ਇਹ ਲੋਕ ਆਪ ਵੀ ਚੌਹਾਂ ਵੇਦਾਂ ਦੇ ਕਰਮ ਕਾਂਡ ਵਿੱਚ ਪੈ ਕੇ ਦੇਹ ਅਧਿਆਸ ਦੇ ਡੂੰਘੇ ਪਾਣੀਆਂ ਵਿੱਚ ਡੁੱਬੇ ਹੋਏ ਹਨ। ਜੋ ਜੋ ਬੰਦੇ ਇਹਨਾਂ ਦੇ ਪਿੱਛੇ ਲੱਗਦੇ ਹਨ, ਉਹਨਾਂ ਨੂੰ ਵੀ ਇਹਨਾਂ ਉਸੇ ਮੋਹ ਵਿੱਚ ਰੋੜ ਦਿੱਤਾ ਹੈ। ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਏ। ਪਰਮਾਤਮਾ ਦੀ ਯਾਦ ਭੁਲਾਇਆ ਮਨੁੱਖ ਸਰੀਰਕ ਮੋਹ ਦਾ ਵਹਿਣ ਵਿੱਚ ਪੈ ਕੇ ਵਿਕਾਰਾਂ ਵਾਲੇ ਰਾਹੇ ਪੈ ਜਾਂਦਾ ਹੈ। ਤਿਲਕ ਮਾਲਾ ਪੂਜਾ ਧੋਤੀ ਆਦਿਕ ਧਰਮ ਭੇਖ ਨਾਲ ਲੋਕ ਸ਼ਾਇਦ ਪਤੀ ਜਾਣ ਕੇ ਇਹ ਭਗਤ ਹਨ, ਪਰ ਪ੍ਰਭੂ ਦੇ ਨਾਮ ਤੋਂ ਖੁੰਝ ਕੇ ਹੇ ਕਬੀਰ ਜੋ ਜੋ ਪਾਪ ਕੀਤੇ ਜਾਂਦੇ ਹਨ, ਭਾਵੇਂ ਉਹ ਪਾਪ ਆਪਣੇ ਅੰਦਰ ਲੁਕਾ ਕੇ ਰੱਖੇ ਜਾਂਦੇ ਹਨ। ਪ੍ਰਗਟ ਭਏ ਨਿਦਾਨ ਸਭ ਜਬ ਪੁਛੇ ਧਰਮ ਰਾਏ। ਫਿਰ ਵੀ ਜਦੋਂ ਧਰਮਰਾਜ ਪੁੱਛਦਾ ਹੈ, ਉਹ ਪਾਪ ਆਖਰ ਸਾਰੇ ਉਖੜ ਆਉਂਦੇ ਹਨ। ਭਾਵ ਵੇਦ ਆਦਿਕ ਦਾ ਕਰਮ ਕਾਂਡ ਵਿਕਾਰਾਂ ਤੋਂ ਨਹੀਂ ਬਚਾ ਸਕਦਾ। ਬਾਹਰਲੇ ਧਰਮ ਭੇਖ ਨਾਲ ਲੋਕ ਤਾਂ ਭਾਵੇਂ ਪਤੀਤ ਜਾਣ, ਪਰ ਅੰਦਰਲੇ ਪਾਪ ਪਰਮਾਤਮਾ ਤੋਂ ਲੁਕੇ ਨਹੀਂ ਰਹਿ ਸਕਦੇ। ਕਬੀਰ ਹਰ ਕਾ ਸਿਮਰਨ ਛਾੜ ਕੇ ਪਾਲਿਓ ਬਹੁਤ ਕੁਟੰਬ। ਹੇ ਕਬੀਰ, ਪਰਮਾਤਮਾ ਦਾ ਸਿਮਰਨ ਛੱਡਣ ਦਾ ਹੀ ਇਹ ਨਤੀਜਾ ਹੈ ਕਿ ਮਨੁੱਖ ਸਾਰੀ ਉਮਰ ਨਿਰਾ ਟੱਬਰ ਹੀ ਪਾਲਦਾ ਰਹਿੰਦਾ ਹੈ। ਧੰਦਾ ਕਰਤਾ ਰਹਿ ਗਿਆ ਪਾਈ ਰਹਿਆ ਨਾ ਬੰਦ। ਟੱਬਰ ਦੀ ਖਾਤਰ ਜਗਤ ਦੇ ਧੰਦੇ ਕਰਦਾ ਤੇ ਜਿੰਦ ਦੇ ਸਾਥੀ ਪ੍ਰਮਾਤਮਾ ਤੋਂ ਵਿਛੜਿਆ ਰਹਿ ਕੇ ਆਖਰ ਆਤਮਕ ਮੌਤੇ ਮਰ ਜਾਂਦਾ ਹੈ। ਇਸ ਆਤਮਕ ਮੌਤ ਤੋਂ ਕੋਈ ਰਿਸ਼ਤੇਦਾਰ ਬਚਾਉਣ ਜੋਗਾ ਨਹੀਂ ਹੁੰਦਾ। ਕਬੀਰ ਹਰ ਕਾ ਸਿਮਰਨ ਛਾੜ ਕੇ ਰਾਤ ਜਗਾਵਣ ਜਾਏ। ਹੇ ਕਬੀਰ, ਪਰਮਾਤਮਾ ਦੇ ਸਿਮਰਨ ਤੋਂ ਵਾਂਝੀ ਰਹਿਣ ਕਰਕੇ ਹੀ ਕੋਈ ਔਂਤਰੀ ਜਾਹਲ ਜਨਾਨੀ ਰਾਤ ਨੂੰ ਮਸਾਨ ਜਗਾਉਣ ਲਈ ਮਸਾਨ ਭੂਮੀ ਵਿੱਚ ਜਾਂਦੀ ਹੈ। ਸਰਪਣ ਹੋਏ ਕੈ ਔਤਰੈ ਜਾਏ ਆਪਣੇ ਖਾਏ। ਪਰ ਮੰਦੇ ਕੰਮਾਂ ਤੋਂ ਸੁੱਖ ਕਿੱਥੇ। ਅਜਿਹੀ ਤ੍ਰੀਮਤ ਮਨੁੱਖਾ ਜਨਮ ਹੱਥੋਂ ਗਵਾਉਣ ਪਿੱਛੋਂ ਸੱਪਣੀ ਬਣ ਕੇ ਜੰਮਦੀ ਹੈ ਤੇ ਆਪਣੇ ਹੀ ਬੱਚੇ ਖਾਂਦੀ ਹੈ। ਕਬੀਰ ਹਰ ਕਾ ਸਿਮਰਨ ਛਾੜ ਕੇ ਅਹੋਈ ਰਾਖੈ ਨਾਰ। ਹੇ ਕਬੀਰ, ਰਾਮ ਨਾ ਛੋਡੀਐ ਤਨ ਧਨ ਜਾਏ ਤਾਂ ਜਾਓ, ਨਹੀਂ ਤਾਂ ਰਾਮ ਨਾਮ ਛੱਡਣ ਦਾ ਹੀ ਇਹ ਨਤੀਜਾ ਹੈ ਕਿ ਮੂਰਖ ਇਸਤਰੀ ਸ਼ੀਤਲਾ ਦਾ ਵਰਤ ਰੱਖਦੀ ਫਿਰਦੀ ਹੈ। ਗਦ ਹੀ ਹੋਏ ਕੈ ਔਤਰੈ ਭਾਰ ਸਹਿ ਮਨ ਚਾਰ। ਤੇ ਜੇ ਭਲਾ ਸ਼ੀਤਲਾ ਉਸ ਨਾਲ ਬੜਾ ਹੀ ਪਿਆਰ ਕਰੇਗੀ ਤਾਂ ਉਸ ਨੂੰ ਹਰ ਵੇਲੇ ਆਪਣੇ ਪਾਸ ਰੱਖਣ ਲਈ ਆਪਣੀ ਸਵਾਰੀ ਖੋਤੀ ਬਣਾ ਲਏਗੀ। ਸੋ ਉਹ ਮੂਰਖ ਇਸਤਰੀ ਖੋਤੀ ਦੀ ਜੂਨੇ ਪੈਂਦੀ ਹੈ ਤੇ ਹੋਰ ਖੋਤੇ ਖੋਤੀਆਂ ਵਾਂਗ ਛੱਟਾ ਆਦਿਕ ਦਾ ਚਾਰ ਮਨ ਭਾਰ ਢੋਂਦੀ ਹੈ। ਕਬੀਰ ਚਤੁਰਾਈ ਅਤ ਕਣੀ ਹਰ ਜਪ ਹਿਰਦੈ ਮਾਹੀ। ਹੇ ਕਬੀਰ, ਦੁਨੀਆ ਦੇ ਸਹਿਮਾਂ ਭਰਮਾਂ ਵਹਿਮਾਂ ਤੋਂ ਬਚਣ ਲਈ ਸਭ ਤੋਂ ਵੱਡੀ ਸਿਆਣਪ ਇਹੀ ਹੈ ਕਿ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਹੀ ਯਾਦ ਕਰ। ਸੂਰੀ ਉਪਰ ਖੇਲਣਾ ਗਿਰੈ ਤਾ ਠਾਹਰ ਨਾਹੀ। ਪਰ ਇਹ ਸਿਮਰਨ ਕਰਨਾ ਕੋਈ ਸੌਖੀ ਕਾਰ ਨਹੀਂ ਹੈ। ਜਾਤ ਅਭਿਮਾਨ ਨਿੰਦਾ ਕੁਸੰਗ ਚਸਕੇ ਵਰਤ ਆਦਿਕ ਭਰਮ ਛੱਡਣੇ ਪੈਂਦੇ ਹਨ। ਸੋ ਪ੍ਰਭੂ ਦਾ ਸਿਮਰਨ ਸੂਲੀ ਉੱਤੇ ਚੜ੍ਹਨ ਸਮਾਨ ਹੈ। ਇਸ ਸੂਲੀ ਤੋਂ ਡਿੱਗਿਆ ਹੀ ਭਾਵ ਸਿਮਰਨ ਦੀ ਇਹ ਅੱਤ ਔਖੀ ਕਾਰ ਛੱਡਿਆਂ ਵੀ ਨਹੀਂ ਬਣ ਆਉਂਦੀ।
क्योंकि सिमरन तो बिना दुनिया के दुख कलेशां ते सहमां तो बचन लई होर कोई आसरा भी नहीं है। कबीर सोई मुख धन है, जा मुख कहिए राम। इस वास्ते हे कबीर ओही मूँह भागा वाला है जिस मूँह नाल राम दा नाम उचारिया जाता है। देह किसके बापरी, पवित्र होए गो ग्राम। उस सरीर विचारे की की गल है, उस सरीर का पवित्र होना तो एक निक्की जी गल है। निरा वो सरीर तो किते रहा, वो सारा पिंड ही पवित्र हो जाता है जिथे रहिंदा होया मनुख नाम सिमरदा है। कबीर सोई मुख धन है, जा मुख कहिए राम। देहि किसके बापुरी, पवित्र होए गो ग्राम। वाहिगुरु जी का खालसा, वाहिगुरु जी की फतेह।